ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਭਾਰਤ ਤੇ ਪਾਕਿਸਤਾਨ ਤੋਂ ਅਗਲੇ 30 ਦਿਨ ਦੇ ਵਾਸਤੇ ਕੈਨੇਡਾ ਦੇ ਵਿੱਚ ਆਉਣ ਦੇ ਲਈ ਫਲਾਈਟਾਂ ਨੂੰ ਬੰਦ ਕਰਨ ਦਾ ਜੋ ਐਲਾਨ ਕੀਤਾ ਹੈ ਅੱਜ 11:30 ਵਜੇ ਤੋਂ ਇਹ ਲਾਗੂ ਹੋ ਰਿਹਾ ਹੈ। ਪਰ ਇਸ ਦੇ ਨਾਲ ਹੀ ਇੱਥੇ ਇਹ ਸਵਾਲ ਉਹਨਾਂ ਨੂੰ ਉਸ ਸਮੇਂ ਪੁੱਛਿਆ ਗਿਆ ਜਦੋਂ ਇਸ ਦੇ ਸੰਬੰਧੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਕਿ ਜਿਨ੍ਹਾਂ ਨੇ ਭਾਰਤ ਤੋਂ ਆਉਣਾ ਹੈ ਜਾਂ ਪਾਕਿਸਤਾਨ ਤੋਂ ਆਉਣਾ ਹੈ ਕਿ ਉਹ ਕਿਸੇ ਹੋਰ ਦੇਸ਼ ਦੇ ਰਾਹੀਂ ਹੋ ਕੇ ਆ ਸਕਦੇ ਨੇ, ਕਿ ਉਹ ਪਹਿਲਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਜਿੱਥੇ ਤੋਂ ਅਜਿਹੇ ਕੋਈ ਬੈਨ ਨਹੀਂ ਹੈ ਤਾਂ ਉੱਥੇ ਤੋਂ ਕੈਨੇਡਾ ਆ ਜਾਣ। ਤਾਂ ਇਸ ਦੇ ਬਾਰੇ ਜੋ ਟਰਾਂਸਪੋਰਟ ਮਿਨਿਸਟਰ ਨੇ ਜਾਣਕਾਰੀ ਦਿੱਤੀ ਉਹ ਤੁਹਾਨੂੰ ਅਸੀਂ ਦੱਸਾਂਗੇ, ਜਿਨ੍ਹਾਂ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਪਰ ਇਸ ਦੇ ਵਿੱਚ ਇਹ ਹੋਵੇਗਾ ਕਿ ਜੇਕਰ ਕੋਈ ਵਿਅਕਤੀ ਜਿਵੇਂ ਭਾਰਤ ਤੋਂ ਆ ਰਿਹਾ ਹੈ ਤਾਂ ਉਹ ਕਿਸੇ ਹੋਰ ਦੇਸ਼ ਦੇ ਵਿੱਚ ਜਿੱਥੇ ਪਹਿਲਾਂ ਪਹੁੰਚਿਆ ਉੱਥੇ ਉਸ ਨੂੰ ਕੋਵਿਡ-19 ਦਾ ਟੈਸਟ ਕਰਵਾਉਣਾ ਪਵੇਗਾ। ਜਦੋਂ ਉਸਨੇ ਕੈਨੇਡਾ ਦੇ ਵਿੱਚ ਪਹੁੰਚਣਾ ਹੈ ਤਾਂ ਜਿਹੜੇ ਦੇਸ਼ ਦੇ ਰਾਹੀਂ ਉਹ ਆਇਆ ਹੈ ਉਸ ਦੇਸ਼ ਦੇ ਤੋਂ ਕਰਵਾਇਆ ਗਿਆ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਹੈ ਉਹ ਦੇਖੀ ਜਾਵੇਗੀ, ਜਿਸ ਨੂੰ ਹੀ ਸਹੀ ਮੰਨਿਆ ਜਾਵੇਗਾ। ਅਜਿਹਾ ਟਰਾਂਸਪੋਰਟ ਮੰਤਰੀ ਦੇ ਵੱਲੋਂ ਦੱਸਿਆ ਗਿਆ ਹੈ। ਹੁਣ ਉਦਾਹਰਨ ਵਜੋਂ ਤੁਹਾਨੂੰ ਇੱਥੇ ਅਸੀਂ ਦੱਸ ਦਈਏ ਕਿ ਜਿਵੇਂ ਕਿ ਜੇਕਰ ਕਿਸੇ ਨੇ ਭਾਰਤ ਤੋਂ ਆਉਣਾ ਹੈ ਤਾਂ ਉਹ ਜਿਵੇਂ ਆਪਣੇ ਨੇੜਲੇ ਕਿਸੇ ਦੇਸ਼ ਦੇ ਵਿੱਚ, ਨੇਪਾਲ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਸਕਦਾ ਹੈ। ਉੱਥੇ ਜਾ ਕੇ ਕੋਵਿਡ-19 ਦੇ PCR ਟੈਸਟ ਜਿਹੜਾ ਉਸ ਦੇ ਵੱਲੋਂ ਕੋਵਿਡ-19 ਦਾ ਕਰਵਾਇਆ ਜਾਵੇ ਅਤੇ ਉਸ ਤੋਂ ਬਾਅਦ ਜਦੋਂ ਉਸ ਦੀ ਨੈਗੇਟਿਵ ਰਿਪੋਰਟ ਆਉਂਦੀ ਹੈ ਤਾਂ ਉੱਥੇ ਤੋਂ ਉਹ ਕੈਨੇਡਾ ਦੇ ਵਾਸਤੇ ਫਲਾਈਟ ਲੈ ਸਕਦਾ ਹੈ। ਅਤੇ ਕੁਝ ਇਸੇ ਤਰ੍ਹਾਂ ਇਹ ਹੈ ਕਿ ਜਿਹੜੇ ਭਾਰਤ ਤੇ ਪਾਕਿਸਤਾਨ ਵਿੱਚ ਇਸ ਸਮੇਂ ਕੈਨੇਡਾ ਵਾਸੀ ਵੀ ਮੌਜੂਦ ਨੇ ਕਿ ਜਿਹੜੇ ਕਿ PR ਨੇ, ਕੈਨੇਡੀਅਨ ਜਾਂ ਫਿਰ ਕੈਨੇਡੀਅਨ ਸਿਟੀਜ਼ਨ ਨੇ, ਉਹ ਵੀ ਉੱਥੇ ਜਿਹੜੇ ਗਏ ਹੋਏ ਸੀ ਉਹ ਫਸ ਗਏ ਕਿਉਂਕਿ 30 ਦਿਨ ਦੇ ਵਾਸਤੇ ਅੱਗੇ ਇੱਕਦਮ ਫਲਾਈਟਾਂ ਨੂੰ ਬੰਦ ਕਰਨ ਦਾ ਜੋ ਐਲਾਨ ਕੀਤਾ ਗਿਆ ਹੈ। ਤਾਂ ਉਹ ਤਾਂ ਅਮਰੀਕਾ ਵੀ ਆ ਸਕਦੇ ਨੇ ਪਹਿਲਾਂ, ਜਾਂ ਫਿਰ ਜੇਕਰ ਕਿਸੇ ਕੋਲ ਅਮਰੀਕਾ ਦਾ ਵੀਜ਼ਾ ਹੋਵੇ ਤਾਂ ਉਹ ਪਹਿਲਾਂ ਅਮਰੀਕਾ ਵੀ ਆ ਸਕਦੇ ਨੇ ਅਤੇ ਅਮਰੀਕਾ ਦੇ ਵਿੱਚ ਆ ਕੇ ਕੋਵਿਡ-19 ਦਾ PCR ਟੈਸਟ ਕਰਵਾ ਕੇ ਉਸ ਦੀ ਨੈਗੇਟਿਵ ਰਿਪੋਰਟ ਲੈ ਕੇ ਬਾਅਦ ਵਿੱਚ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਅਤੇ ਜੋ ਟਰਾਂਸਪੋਰਟ ਮੰਤਰੀ ਨੇ ਫਿਲਹਾਲ ਦੇ ਵਾਸਤੇ ਇਹ ਜਾਣਕਾਰੀ ਦਿੱਤੀ ਹੈ। ਜੇਕਰ ਇਸ ਦੇ ਉੱਤੇ ਕੋਈ ਹੋਰ ਅੱਗੇ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਵੇਂ ਕਿ ਕੱਲ੍ਹ ਸ਼ਾਮ ਨੂੰ ਜਦੋਂ ਗਲੋਬਲ ਨਿਊਜ਼ ਨੂੰ ਇੰਟਰਵਿਊ ਦਿੱਤੀ ਸੀ ਉਸ ਦੇ ਵਿੱਚ ਉਹਨਾਂ ਨੇ ਸੰਕੇਤ ਤਾਂ ਦਿੱਤੇ ਸਨ ਕਿ ਫਲਾਈਟਾਂ ਬੈਨ ਨਹੀਂ ਕੀਤੀਆਂ ਜਾਣਗੀਆਂ, ਪਰ ਇਸ ਮੌਕੇ ਦਬਾਅ ਬਹੁਤ ਜ਼ਿਆਦਾ ਬਣਿਆ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਗਈ, ਓਨਟਾਰੀਓ ਸਰਕਾਰ ਵੀ ਅਤੇ ਵੱਖਰੀਆਂ ਸਰਕਾਰਾਂ ਦੇ ਵੱਲੋਂ ਇਸ ਮੌਕੇ ਦਬਾਅ ਬਣਾਇਆ ਜਾ ਰਿਹਾ ਸੀ ਕੈਨੇਡਾ ਸਰਕਾਰ ਦੇ ਉੱਤੇ ਅਤੇ ਤੁਰੰਤ ਇਸ ਦੇ ਉੱਤੇ ਫੈਸਲੇ ਦੀ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਵਿੱਚ ਜੋ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਹੈ ਉਸ ਨੂੰ ਦੇਖਦੇ ਹੋਏ ਜੋ ਕੈਨੇਡਾ ਦੇ ਵਿੱਚ ਫਲਾਈਟਾਂ ਵੀ ਆ ਰਹੀਆਂ ਨੇ ਉਸ ਦੇ ਵਿੱਚ ਕੋਵਿਡ-19 ਦੇ ਮਰੀਜ਼ ਵੀ ਪਾਏ ਗਏ ਨੇ। ਪਿਛਲੇ 2 ਹਫ਼ਤੇ ਦੇ ਵਿੱਚ ਹੀ 35 ਦੇ ਕਰੀਬ ਅਜਿਹੀਆਂ ਫਲਾਈਟਾਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਇੱਕ ਕੋਵਿਡ-19 ਦਾ ਮਾਮਲਾ ਤਾਂ ਜ਼ਰੂਰ ਪਾਇਆ ਹੀ ਗਿਆ ਅਤੇ 2 ਹਫ਼ਤਿਆਂ ਦੇ ਵਿੱਚ ਪਾਕਿਸਤਾਨ ਤੋਂ 2 ਅਜਿਹੀਆਂ ਫਲਾਈਟਾਂ ਆਈਆਂ ਨੇ ਜਿਨ੍ਹਾਂ ਵਿੱਚ ਕੋਵਿਡ-19 ਦੇ ਮਾਮਲੇ ਪਾਏ ਗਏ ਨੇ ਅਤੇ ਤਾਂ ਕਰਕੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਫਿਲਹਾਲ 30 ਦਿਨ ਦੇ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਤਾਂ ਉਧਰ ਐਲਬਰਟਾ ਸਰਕਾਰ ਨੇ ਅੱਜ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਐਲਬਰਟਾ ਦੇ ਵਿੱਚ ਉਸ ਵੇਰੀਐਂਟ ਨੂੰ ਪਾਇਆ ਗਿਆ ਹੈ ਜੋ B1617 ਵੇਰੀਐਂਟ ਹੈ ਕੋਵਿਡ-19 ਦਾ, ਜੋ ਕਿ ਇਸ ਸਮੇਂ ਭਾਰਤ ਵਿੱਚ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। I also must report that we have now confirmed the first case in Alberta of the B1617 variant, first identified in Denmark. It's also been found in California and is a key driver in the rise of rapidly spreading cases that we are seeing in India. This variant was in a returning interprovincial traveller to Alberta, and no additional cases of this variant have been detected to date.